स्टूडेंट्स नमस्कार सारिਆਂ ਨੂੰ ਵੈਰੀ ਗੁੱਡ ਈਵਨਿੰਗ। ਜਲਦੀ ਜਲਦੀ ਆਪਣੀਆਂ ਨੋਟਬੁੱਕ ਨਿਕਾਲ ਕੇ ਬੈਠੋ। ਅੱਜ ਅਸੀਂ ਨਵਾਂ ਟੌਪਿਕ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਚੈਪਟਰ ਕਰ ਕਿਹੜਾ ਰਹੇ ਹਾਂ। ਅਸੀਂ ਚੈਪਟਰ ਕਰ ਰਹੇ ਹਾਂ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਇਸ ਨੂੰ ਅਸੀਂ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ ਕਹਿੰਦੇ ਹਾਂ। ਪਾਰਟਨਰਸ਼ਿਪ ਫਰਮ ਦਾ ਪੁਨਰਗਠਨ। ਤਾਂ ਪਿਆਰੇ ਵਿਦਿਆਰਥੀਓ, ਇਸ ਦੇ ਵਿੱਚ ਅਸੀਂ ਪਹਿਲਾਂ ਕੀ ਕਰ ਚੁੱਕੇ ਹਾਂ, ਮੈਂ ਥੋੜ੍ਹਾ ਜਿਹਾ ਰਿਵਾਈਜ਼ ਕਰਾਂਗਾ। ਇੱਕ ਅਸੀਂ ਕਰ ਚੁੱਕੇ ਹਾਂ ਸੈਕਰੀਫਾਈਸਿੰਗ ਰੇਸ਼ੋ, ਇੱਕ ਅਸੀਂ ਕਰ ਚੁੱਕੇ ਹਾਂ ਗੇਨਿੰਗ ਰੇਸ਼ੋ, ਇੱਕ ਅਸੀਂ ਕਰ ਚੁੱਕੇ ਹਾਂ ਗੁੱਡਵਿਲ ਦਾ ਪੂਰਾ ਚੈਪਟਰ। ਹੋ ਸਕਦਾ ਹੈ ਜਿਹੜੀ ਤੁਸੀਂ ਬੁੱਕ ਪੜ੍ਹ ਰਹੇ ਹੋ ਉਹਦੇ ਵਿੱਚ ਗੁੱਡਵਿਲ ਅਲੱਗ ਚੈਪਟਰ ਦਿੱਤਾ ਹੋਏ, ਪਰ ਆਪਾਂ ਗੁੱਡਵਿਲ ਦਾ ਪੂਰਾ ਚੈਪਟਰ ਕਰ ਲਿਆ ਹੈ। ਇਸ ਵਿੱਚ 3 ਮੈਥਡ ਸੀ, ਥੋੜ੍ਹਾ ਰਿਵਾਈਜ਼ ਕਰੋ। ਐਵਰੇਜ ਪ੍ਰੋਫਿਟ ਮੈਥਡ, ਦੂਜਾ ਫਟਾਫਟ ਬੋਲੋ ਕਿਹੜਾ ਸੀਗਾ, ਸੁਪਰ ਪ੍ਰੋਫਿਟ ਮੈਥਡ, ਐਂਡ ਥਰਡ ਵਨ ਸੀਗਾ ਕੈਪੀਟਲਾਈਜੇਸ਼ਨ ਮੈਥਡ। ਤਾਂ ਬੇਟਾ ਜੀ ਇਹ ਆਪਾਂ 3 ਮੈਥਡ ਕੀਤੇ। ਗੁੱਡਵਿਲ ਵਿੱਚ ਆਪਾਂ ਸੈਕਰੀਫਾਈਸ ਰੇਸ਼ੋ ਵੀ ਕੱਢਿਆ, ਗੇਨਿੰਗ ਰੇਸ਼ੋ ਵੀ ਨਿਕਾਲਿਆ। ਸੈਕਰੀਫਾਈਸ ਰੇਸ਼ੋ ਕਿੰਨੇ ਬਰਾਬਰ ਹੁੰਦਾ ਸੀ, ਓਲਡ ਸ਼ੇਅਰ ਮਾਈਨਸ ਨਿਊ ਸ਼ੇਅਰ, ਥੋੜ੍ਹਾ ਜਿਹਾ ਯਾਦ ਕਰੋ। ਐਂਡ ਗੇਨਿੰਗ ਰੇਸ਼ੋ ਵਿੱਚ ਕੀ ਹੁੰਦਾ ਸੀ, ਨਿਊ ਸ਼ੇਅਰ ਜਾਂ ਨਿਊ ਰੇਸ਼ੋ ਇੱਕੋ ਗੱਲ ਹੀ ਹੈ, ਮਾਈਨਸ ਓਲਡ ਸ਼ੇਅਰ, ਇਟ ਇਜ਼ ਸੇਮ ਥਿੰਗ। ਇਸ ਤੋਂ ਬਾਅਦ ਅਸੀਂ ਕੱਲ ਕੀਤਾ ਸੀਗਾ, ਕੱਲ ਕਿਹੜਾ ਟੌਪਿਕ ਕੀਤਾ ਸੀ, ਥੋੜ੍ਹਾ ਜਿਹਾ ਯਾਦ ਕਰੋ। ਕੱਲ ਵਾਲਾ ਟੌਪਿਕ ਆਪਾਂ ਕੀਤਾ ਸੀ ਅਕਾਊਂਟਿੰਗ ਟ੍ਰੀਟਮੈਂਟ ਆਫ ਗੁੱਡਵਿਲ। ਕੀ ਕੀਤਾ ਸੀ, ਅਕਾਊਂਟਿੰਗ treatment of goodwill when change in profit sharing ratio, PSR। P means ਕੀ ਹੋਏਗਾ, profit, S means sharing, R means ratio। ਅੱਜ ਤੋਂ ਬਾਅਦ ਮੈਂ ਯੂਜ਼ ਕਰਿਆ ਕਰਾਂਗਾ PSR, profit sharing ratio। Today we will discuss a new subtopic, accounting treatment of, accounting, नोटबुक निकाल लो तो और लिख लो, अकाउंटिंग ट्रीटमेंट ऑफ रिजर्व्स एंड accumulated profits, accumulated प्रॉफिट्स। प्यारे विद्यार्थियों, इस दा ट्रीटमेंट की करना है, इनके बारे में तुहानूं दसना चाहांगा। तो आप अज नवा टॉपिक फिर शुरू कर रहे हैं, अकाउंटिंग ट्रीटमेंट ऑफ, अकाउंटिंग ट्रीटमेंट ऑफ रिजर्व्स एंड accumulated profits when change in profit sharing ratio। ਹੁਣ ਇਹਨਾਂ ਦਾ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਕਿਉਂ ਪਈ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਇਸ ਦੀ ਜ਼ਰੂਰਤ ਕਿਉਂ ਪਈ। ਵੇਖੋ ਬੇਟਾ ਜੀ, ਧਿਆਨ ਨਾਲ ਸੁਣੋ। ਸਾਡੇ ਕੋਲ 2 ਪਾਰਟਨਰ ਨੇ A ਐਂਡ B। ਪਹਿਲਾਂ ਉਹ ਵੰਡ ਰਹੇ ਨੇ 1:1 ਵਿੱਚ, ਦਿਸ ਇਜ਼ ਏ ਓਲਡ ਰੇਸ਼ੋ। ਹੁਣ ਨਵੇਂ ਸਾਲ ਤੋਂ ਕਹਿੰਦੇ ਨੇ ਕਿ ਅਸੀਂ ਬਰਾਬਰ ਵੰਡਣਾ ਹੈ, ਇਕੁਅਲੀ ਵੰਡਣਾ ਹੈ, ਤਾਂ ਇਹ ਹੋ ਗਈ ਸਾਡੇ ਕੋਲ ਨਿਊ ਰੇਸ਼ੋ। ਹੁਣ ਇੱਥੇ ਜਿਹੜੀ ਪਾਰਟਨਰਸ਼ਿਪ ਹੈ ਨਾ, ਪਾਰਟਨਰਸ਼ਿਪ ਦਾ ਐਂਡ ਹੋ ਜਾਂਦਾ ਹੈ। ਪਾਰਟਨਰਸ਼ਿਪ ਫਰਮ ਦੁਬਾਰਾ ਬਣਾਈ ਜਾਂਦੀ ਹੈ, ਕਿਹੜੀ ਰੇਸ਼ੋ ਦੇ ਹਿਸਾਬ ਨਾਲ, 1:1। ਹੁਣ ਜੇਕਰ ਉਹ 1 ਅਪ੍ਰੈਲ 2021 ਤੋਂ ਮੰਨ ਲਿਆ 21 ਤੋਂ ਆਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨੂੰ ਚੇਂਜ ਕਰਨਾ ਚਾਹੁੰਦੇ ਨੇ, ਧਿਆਨ ਨਾਲ ਸੁਣਿਆ ਜੀ, ਬੜੀ ਇੰਟਰਸਟਿੰਗ ਗੱਲ ਹੈ। ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨੂੰ ਚੇਂਜ ਕਰਨਾ ਚਾਹੁੰਦੇ ਨੇ, ਤਾਂ 1 ਅਪ੍ਰੈਲ 2021 ਤੋਂ ਪਹਿਲਾਂ ਉਹਨਾਂ ਕੋਲ ਕੀ ਹੋ ਸਕਦਾ ਹੈ, ਉਹਨਾਂ ਕੋਲ ਰਿਜ਼ਰਵ ਹੋ ਸਕਦਾ ਹੈ, ਉਹਨਾਂ ਕੋਲ ਅਕਮੂਲੇਟਿਡ ਪ੍ਰੋਫਿਟਸ ਹੋ ਸਕਦੇ ਨੇ ਕਿ ਨਹੀਂ, ਉਹਨਾਂ ਕੋਲ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਹੋ ਸਕਦਾ ਹੈ, ਉਹਨਾਂ ਕੋਲ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਵੀ ਹੋ ਸਕਦਾ ਹੈ। ਇਹ ਸਾਰੇ ਉਹ ਰਿਜ਼ਰਵ ਨੇ ਜਿਹੜੇ ਪ੍ਰੋਫਿਟ ਦੇ ਵਿੱਚੋਂ ਬਣਾਏ ਜਾਂਦੇ ਨੇ। ਕਿਹਦੇ ਵਿੱਚੋਂ ਬਣਾਏ ਜਾਂਦੇ ਨੇ,
ਆਊਟ ਆਫ ਪ੍ਰੋਫਿਟ, ਸਾਲ ਦੇ ਲਾਭ ਵਿੱਚੋਂ ਬਣਾਏ ਜਾਂਦੇ ਨੇ। ਲਾਭ ਵਿੱਚੋਂ ਕਿਵੇਂ ਬਣਾਏ ਜਾਂਦੇ ਨੇ, ਆਪਾਂ ਆਪਦੇ ਘਰ ਦੀ ਐਗਜ਼ਾਮਪਲ ਲਈਏ। ਮੰਨ ਲਓ ਆਪਾਂ ਕੋਈ ਬਿਜ਼ਨਸ ਕਰਦੇ ਹਾਂ, ਸਾਨੂੰ 2 ਲੱਖ ਰੁਪਏ ਦਾ ਪ੍ਰੋਫਿਟ ਹੋਇਆ, ਲਾਭ ਹੋਇਆ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ 20,000 ਰੁਪਇਆ ਜਾਂ 50,000 ਰੁਪਇਆ ਨਾ ਅਸੀਂ ਚੁੱਕ ਕੇ ਅਲੱਗ ਘਰ ਦਾ ਰੱਖ ਲਈਏ, ਦੁੱਖੀ ਸੁੱਖੀ ਕੋਈ ਲੋੜ ਪੈ ਸਕਦੀ ਹੈ। ਅੱਜ ਕੱਲ੍ਹ ਹਾਲਾਤ ਕਿੰਨੇ ਮਾੜੇ ਨੇ, ਬਿਮਾਰੀ ਉੱਤੋਂ ਕਰੋਨਾ ਆਈ ਹੈ, ਹਰ ਕੋਈ ਕਹਿੰਦਾ ਹੈ ਵੀ ਕਿਸੇ ਦੀ ਤਬੀਅਤ ਨਾ ਵਿਗੜ ਜੇ, ਸਾਨੂੰ 2 ਲੱਖ ਦਾ ਪ੍ਰੋਫਿਟ ਆਇਆ, ਅਸੀਂ 50,000 ਰੁਪਇਆ ਅਲੱਗ ਰੱਖ ਲਈਏ ਰਿਜ਼ਰਵ ਵਿੱਚ, ਤੇ ਅਸੀਂ ਉਸ ਨੂੰ ਰਿਜ਼ਰਵ ਕਹਿੰਦੇ ਹਾਂ। ਇਹਨੂੰ ਕੋਈ ਜਨਰਲ ਰਿਜ਼ਰਵ ਕਹਿ ਲੈਂਦਾ ਹੈ, ਕੋਈ ਇਕੱਲਾ ਰਿਜ਼ਰਵ ਕਹਿ ਲੈਂਦਾ ਹੈ। ਅਕਮੂਲੇਟਿਡ ਪ੍ਰੋਫਿਟ ਵੀ ਐਵੇਂ ਹੁੰਦੇ ਨੇ। ਕਮੂਲੇਟਿਡ ਪ੍ਰੋਫਿਟ ਕੀ ਨੇ, ਪਿਛਲੇ ਸਾਲਾਂ ਦੇ ਲਾਭ ਉਹ ਇਕੱਠੇ ਕੀਤੇ ਗਏ। ਮੰਨ ਲਓ 2015 ਦੇ ਵਿੱਚ ਸਾਨੂੰ 20,000 ਰੁਪਇਆ ਹੈ, 2016 ਦਾ 10,000 ਹੈ, 2017 ਦਾ 15,000 ਹੈ। ਇਵੇਂ ਪਿਛਲੇ 5-7 ਸਾਲਾਂ ਦੇ ਪ੍ਰੋਫਿਟ ਜੋੜੀ ਜਾਈਏ ਤਾਂ ਅਸੀਂ ਉਹਨੂੰ ਅਕਮੂਲੇਟਿਡ ਕਹਿ ਰਹੇ ਹਾਂ, ਪਿਛਲੇ ਇਕੱਠੇ ਕੀਤੇ ਹੋਏ ਪ੍ਰੋਫਿਟ, ਉਹਨੂੰ ਅਕਮੂਲੇਟਿਡ ਪ੍ਰੋਫਿਟ ਕਹਿੰਦੇ ਆ। ਇੱਕ ਹੈ ਸਾਡੇ ਕੋਲ WCR, ਕੀ ਨਾਮ ਹੈ ਇਹਦਾ, WCR। WCR ਦਾ ਨਾਮ ਕੀ ਹੈ ਬੇਟਾ ਜੀ, ਵਰਕਮੈਨ ਕੰਪਨਸੇਸ਼ਨ ਰਿਜ਼ਰਵ। ਇਸ ਨੂੰ ਅਸੀਂ ਕੀ ਕਹਿੰਦੇ ਆ, ਵਰਕਮੈਨ ਕੰਪਨਸੇਸ਼ਨ ਰਿਜ਼ਰਵ, WCR, ਵਰਕਮੈਨ ਕੰਪਨਸੇਸ਼ਨ ਰਿਜ਼ਰਵ। ਬੇਟਾ ਸਕਰੀਨ ਤੁਹਾਨੂੰ ਦਿਖਾਈ ਦੇ ਰਹੀ ਹੈ ਕਿ ਨਹੀਂ, ਇੱਕ ਵਾਰੀ ਮੈਸੇਜ ਕਰਕੇ ਮੈਨੂੰ ਦੱਸਣਾ ਕਿ ਤੁਹਾਨੂੰ ਸਕਰੀਨ ਦਿਖਾਈ ਦੇ ਰਹੀ ਹੈ ਜੋ ਮੈਂ ਰਾਈਟ ਕਰ ਰਿਹਾ, ਤੁਹਾਨੂੰ ਮੇਰੀ ਆਵਾਜ਼ ਤਾਂ ਆ ਰਹੀ ਹੈ, ਕੀ ਮੇਰਾ ਲਿਖਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਨਹੀਂ, ਕਾਈਂਡਲੀ ਟੈਲ ਮੀ। ਯੈਸ ਦਿਖਾਈ ਦੇ ਰਿਹਾ, ਓਕੇ ਗੁੱਡ, ਸ਼ਾਬਾਸ਼, ਵੈਰੀ ਗੁੱਡ। ਫਿਰ ਆ ਗਿਆ ਸਾਡੇ ਕੋਲ WCR। WCR ਨੂੰ ਕੀ ਕਹਿੰਦੇ ਆ, ਵਰਕਮੈਨ ਕੰਪਨਸੇਸ਼ਨ ਰਿਜ਼ਰਵ। ਬੇਟਾ ਜੀ ਫੈਕਟਰੀ ਦੇ ਵਿੱਚ ਸਾਡੇ ਕੋਲ ਮਜ਼ਦੂਰ ਕੰਮ ਕਰਦੇ ਨੇ, ਇਹਨੂੰ ਮਜ਼ਦੂਰ ਮੁਆਵਜ਼ਾ ਫੰਡ ਵੀ ਕਹਿੰਦੇ ਆ। ਇਹਨੂੰ ਕੀ ਕਹਿੰਦੇ ਆ, ਮਜ਼ਦੂਰ ਮੁਆਵਜ਼ਾ ਫੰਡ, ਇਸ ਨੂੰ ਮਜ਼ਦੂਰ ਮੁਆਵਜ਼ਾ ਫੰਡ ਵੀ ਕਹਿੰਦੇ ਆ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਯਾਨੀ ਕਿ WCR। ਪਿਆਰੇ ਵਿਦਿਆਰਥੀਓ, ਅਕਾਊਂਟਿੰਗ ਸਟੈਂਡਰਡ ਇਹ ਕਹਿੰਦੇ ਨੇ ਕਿ ਇਹ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਬਣਾਉਣਾ ਜ਼ਰੂਰੀ ਹੁੰਦਾ ਹੈ। ਮੰਨ ਲਓ ਫੈਕਟਰੀ ਦੇ ਵਿੱਚ, ਫਰਮ ਦੇ ਵਿੱਚ ਅਸੀਂ 50 ਮਜ਼ਦੂਰ ਰੱਖੇ ਨੇ, ਰੱਬ ਨਾ ਕਰੇ ਕਿਸੇ ਮਜ਼ਦੂਰ ਦਾ ਕੋਈ ਐਕਸੀਡੈਂਟ ਹੋ ਜੇ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜੇ, ਤਾਂ ਉਹਦਾ ਕਲੇਮ ਦੇਣਾ ਹੁੰਦਾ ਹੈ। ਕੀ ਦੇਣਾ ਹੁੰਦਾ ਹੈ, ਕਲੇਮ। ਮੰਨ ਲਓ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ, ਉਹਨੂੰ ਕੋਈ ਚੋਟ ਲੱਗ ਗਈ, ਉਹਨੂੰ ਕੋਈ ਸੱਟ ਲੱਗ ਗਈ, ਹੱਥ ਪੈਰ ਕੱਟਿਆ ਗਿਆ, ਕੋਈ ਕਿਸੇ ਤਰ੍ਹਾਂ ਦਾ ਮਸ਼ੀਨ ਵਿੱਚ ਆ ਕੇ, ਪਰਮਾਤਮਾ ਕਰੇ ਕਿਸੇ ਨੂੰ ਕੁਝ ਨਾ ਹੋਵੇ, ਪਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਮਜ਼ਦੂਰ ਨੂੰ, ਤਾਂ ਉਸ ਨੂੰ ਕੰਪਨਸੇਟ ਕਰਨ ਦੇ ਲਈ ਮੌਕੇ 'ਤੇ ਅਕਾਊਂਟਿੰਗ ਸਟੈਂਡਰਡ ਇਹ ਕਹਿੰਦੇ ਨੇ ਕਿ ਇੱਕ ਰਿਜ਼ਰਵ ਬਣਾਇਆ ਜਾਂਦਾ ਜਿਸ ਦਾ ਨਾਮ ਹੁੰਦਾ ਹੈ ਵਰਕਮੈਨ ਕੰਪਨਸੇਸ਼ਨ ਰਿਜ਼ਰਵ, ਮਜ਼ਦੂਰ ਮੁਆਵਜ਼ਾ ਫੰਡ ਕਹਿੰਦੇ ਆ ਇਹਨੂੰ। ਤਾਂ ਇਹ ਮਜ਼ਦੂਰਾਂ ਲਈ ਬਣਾਇਆ ਜਾਂਦਾ ਹੈ, ਔਰ ਕਿਹਦੇ ਵਿੱਚੋਂ ਬਣਾਇਆ ਜਾਂਦਾ ਹੈ, ਪ੍ਰੋਫਿਟ ਦੇ ਵਿੱਚੋਂ ਬਣਾਇਆ ਜਾਂਦਾ ਹੈ ਹਮੇਸ਼ਾ। ਇਟ ਇਜ਼ ਕ੍ਰੀਏਟਡ ਆਊਟ ਆਫ ਪ੍ਰੋਫਿਟ। ਤੇ ਇਸ ਤੋਂ ਬਾਅਦ ਸਾਡੇ ਕੋਲ ਹੈਗਾ ਇੱਕ IFR। IFR ਨੂੰ ਕੀ ਕਹਿੰਦੇ ਆ, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ। ਹੁਣ ਫਰਮ ਨੇ ਬੇਟਾ ਜੀ ਕੀ ਕੀਤਾ ਹੋਇਆ ਹੈ, ਜਿਹੜਾ ਅਸੀਂ ਇਹ ਫਲਕਚੁਏਸ਼ਨ ਰਿਜ਼ਰਵ ਬਣਾਉਂਦੇ ਹਾਂ, ਯਾਦ ਰੱਖਣਾ ਹੈ ਕਿ ਜਿਹੜਾ ਅਸੀਂ ਫਲਕਚੁਏਸ਼ਨ ਰਿਜ਼ਰਵ ਬਣਾ ਰਹੇ ਹਾਂ, ਪਿਆਰੇ ਵਿਦਿਆਰਥੀਓ, ਇਹ ਵਾਲਾ ਜਿਹੜਾ ਰਿਜ਼ਰਵ ਹੈ ਇਹ ਇਨਵੈਸਟਮੈਂਟ ਦੇ ਉਤਰਾਅ ਚੜਾਅ ਨੂੰ ਕੰਟਰੋਲ ਕਰਨ ਵਾਸਤੇ ਬਣਾਇਆ ਜਾਂਦਾ ਹੈ। ਮੰਨ ਲਓ ਅਸੀਂ ਆਦੀ ਬਿਜ਼ਨਸ ਤੋਂ ਇਲਾਵਾ ਕੋਈ 50,000 ਰੁਪਇਆ ਸ਼ੇਅਰਾਂ ਵਿੱਚ ਲਗਾ ਦਿੱਤਾ, ਤੇ ਸ਼ੇਅਰਾਂ ਦੇ ਵਿੱਚ ਅਕਸਰ ਹੀ ਅਪ ਐਂਡ ਡਾਊਨ ਆਉਂਦਾ ਰਹਿੰਦਾ ਹੈ। ਜੇਕਰ 50,000 ਵਾਲੇ ਸ਼ੇਅਰ 40,000 ਦੇ ਰਹਿ ਜਾਣ ਤਾਂ ਅਸੀਂ ਇਸ ਰਿਜ਼ਰਵ ਦੇ ਵਿੱਚੋਂ ਉਸ ਨੂੰ ਕੰਪਨਸੇਟ ਕਰਦੇ ਹਾਂ। ਦੈਟਸ ਵਾਈ ਇਟਸ ਆਲਸੋ ਕੰਪਲਸਰੀ ਟੂ ਕ੍ਰੀਏਟ IFR। ਇਸ ਨੂੰ ਸ਼ੋਰਟ 'ਚ ਕੀ ਕਿਹਾ ਕਰਾਂਗੇ, IFR, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ। ਜੇ ਕਦੇ ਸਾਡੀਆਂ
ਇਨਵੈਸਟਮੈਂਟ ਦੇ ਵਿੱਚ ਕੋਈ ਕਮੀ ਆਉਂਦੀ ਹੈ, ਘਾਟਾ ਪੈਂਦਾ ਹੈ, ਤੇ ਇਸ ਰਿਜ਼ਰਵ ਦੇ ਰਾਹੀਂ ਉਸ ਨੂੰ ਕੰਪਨਸੇਟ ਕੀਤਾ ਜਾਂਦਾ ਹੈ। ਮੈਂ 4 ਚੀਜ਼ਾਂ ਤੁਹਾਨੂੰ ਦੱਸੀਆਂ ਨੇ, ਇੱਕ ਰਿਜ਼ਰਵ ਜਾਂ ਜਰਨਲ ਰਿਜ਼ਰਵ, ਦੂਸਰਾ ਦੱਸਿਆ ਮੈਂ ਤੁਹਾਨੂੰ ਅਕਮੂਲੇਟਿਡ ਪ੍ਰੋਫਿਟਸ, ਐਂਡ ਤੀਸਰਾ ਮੈਂ ਤੁਹਾਨੂੰ ਦੱਸਿਆ ਵਰਕਮੈਨ ਕੰਪਨਸੇਸ਼ਨ ਰਿਜ਼ਰਵ, ਐਂਡ ਚੌਥਾ ਤੁਹਾਨੂੰ ਮੈਂ ਦੱਸਿਆ IFR, ਨੋਟ ਕਰ ਲਓ, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ। ਇਸ ਨੂੰ ਕੀ ਕਹਿੰਦੇ ਆ? ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ, ਰਾਈਟ। ਔਰ ਇੱਕ ਮੈਂ ਤੁਹਾਨੂੰ ਦੱਸਿਆ ਵਰਕਮੈਨ ਕੰਪਨਸੇਸ਼ਨ ਰਿਜ਼ਰਵ। ਜੇ ਕਿਸੇ ਨੂੰ ਅੱਜ ਨਹੀਂ ਸਮਝ ਆਈ ਤਾਂ ਘਬਰਾਉਣ ਦੀ ਲੋੜ ਨਹੀਂ, ਆਪਾਂ ਰੋਜ਼ ਹੀ ਹੁਣੇ ਕਰਿਆ ਕਰਾਂਗੇ। ਅੱਜ ਨਾ ਸਮਝ ਆਈ ਕੱਲ ਆ ਜਾਏਗੀ, ਪਰਸੋਂ ਆ ਜਾਏਗੀ। देयर इज़ नो नीड टू टेक एनी पैनिक, कोई किसी तरह की टेंशन लैन की जरूरत नहीं। ये 4 तरह के जोड़े रिजर्व ने, ये सारे जोड़े प्रॉफिट ने, दीज आर पार्ट ऑफ प्रॉफिट। फिर जदों हुण पार्टनर ने प्रॉफिट शेयरिंग रेशो नूं चेंज करन बारे सोचा, तो इस चेंज करन तो पहला जिन्ने भी प्रॉफिट पै हुंदे ने, सारे प्रॉफिट नूं पार्टनर आपदी ओल्ड रेशो दे विच वंडदे ने। किंदे विच वंडदे ने? ओल्ड प्रॉफिट शेयरिंग रेशो दे विच इस नूं वंडिया जांदा है। हुण वंडण दा कारण की है? क्योंकि जदों उन्होंने रेशो ही चेंज कर ली, पहला उन्होंने 2:1 सी, दैट वाज ए ओल्ड रेशो। हुण उन्होंने नवी रेशो बना ली, दैट इज़ 1:1 रेशो। इट्स कॉल्ड इक्वली रेशो, राइट। नाउ ਹੁਣ ਉਹ ਬਰਾਬਰ ਰੇਸ਼ੋ ਵਿੱਚ ਪਿਆਰੇ ਵਿਦਿਆਰਥੀਓ ਜਦੋਂ ਵੰਡਣਗੇ ਪੈਸਿਆਂ ਨੂੰ, ਤਾਂ ਇਸ ਤੋਂ ਪਹਿਲਾਂ ਉਹਨਾਂ ਨੇ ਜਿੰਨਾ ਵੀ ਉਹਨਾਂ ਕੋਲ ਪੈਸੇ ਪਏ ਨੇ, ਜਿੰਨਾ ਵੀ ਉਹਦੇ ਕੋਲ ਪ੍ਰੋਫਿਟ ਪਿਆ, ਉਹ ਆਦੇ ਪ੍ਰੋਫਿਟ ਨੂੰ ਪੁਰਾਣੀ ਰੇਸ਼ੋ ਦੇ ਵਿੱਚ ਵੰਡ ਲੈਣਗੇ। ਤਾਂ ਜਦੋਂ ਜਿੰਨੇ ਵੀ ਪ੍ਰੋਫਿਟ ਪਏ ਨੇ ਉਹ ਆਦੀ ਪੁਰਾਣੀ ਰੇਸ਼ੋ ਦੇ ਵਿੱਚ ਪ੍ਰੋਫਿਟ ਵੰਡਣਗੇ, ਤਾਂ ਉਦੋਂ ਅਸੀਂ ਫਿਰ ਕੀ ਬਣਾਦੇ ਹਾਂ? ਉਦੋਂ ਅਸੀਂ ਲਿਖਦੇ ਹਾਂ ਵੈਨ ਰਿਜ਼ਰਵ ਐਂਡ ਕਮੂਲੇਟਿਡ ਪ੍ਰੋਫਿਟਸ ਕੀ ਕੀਤੇ ਜਾਂਦੇ ਨੇ? ਪਾਰਟਨਰ ਆਪਸ ਦੇ ਵਿੱਚ ਇਸ ਨੂੰ ਡਿਸਟਰੀਬਿਊਟ ਕਰਦੇ ਨੇ, ਵੰਡਦੇ ਨੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਾਹੀਂ, ਇਲਸਟ੍ਰੇਸ਼ਨ ਦੇ ਰਾਹੀਂ ਸਮਝਾਉਂਦਾ। ਸਾਡੇ ਕੋਲ 3 ਪਾਰਟਨਰ ਨੇ, X, Y ਤੇ Z। ਇਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ 4:3:2। ਹੁਣ ਇਹ ਨਵੇਂ ਸਾਲ ਤੋਂ ਕਹਿੰਦੇ ਨੇ ਕਿ ਅਸੀਂ ਜਿਹੜੀ ਨਿਊ ਰੇਸ਼ੋ ਬਣਾਉਣੀ ਹੈ ਨਾ, ਉਹ ਇਕੁਅਲੀ ਬਣਾਉਣੀ ਹੈ। ਇਕੁਅਲੀ ਦਾ ਮਤਲਬ ਪਿਆਰੇ ਵਿਦਿਆਰਥੀਓ 1:1:1। ਇਹ ਹੈ ਪੁਰਾਣੀ ਰੇਸ਼ੋ, दैट इज़ न्यू रेशो, ठीक है। ਹੁਣ ਇਹਨਾਂ ਕੋਲ ਪਿਆ ਕੀ ਇਹਨਾਂ ਦੀ ਬੁੱਕਸ ਦੇ ਵਿੱਚ? ਇੱਕ ਤਾਂ ਇਹਨਾਂ ਕੋਲ ਪਿਆ ਪ੍ਰੋਫਿਟ ਐਂਡ ਲੋਸ ਅਕਾਊਂਟ, ਜਿਹਦਾ ਬੈਲੈਂਸ ਕੀ ਹੈ? ਕ੍ਰੈਡਿਟ 1,20,000 ਰੁਪਇਆ। ਹੋਰ ਇਹਨਾਂ ਕੋਲ ਕੀ ਪਿਆ? ਜਰਨਲ ਰਿਜ਼ਰਵ, ਜਿਹੜਾ ਆਪਾਂ ਰਿਜ਼ਰਵ ਲਿਖ ਰਹੇ ਸੀ, ਉਹ ਪਿਆ ਹੈ 45,000 ਰੁਪਇਆ। ਇੱਕ ਇਹਨਾਂ ਕੋਲ ਪਿਆ ਹੈ WCR। WCR ਦਾ ਕੀ ਅਰਥ ਹੈ? ਮੈਨੂੰ ਲਿਖ ਕੇ ਦੱਸੋ ਮੈਸੇਜ 'ਚ। WCR ਦਾ ਕੀ ਅਰਥ ਹੈ ਪਿਆਰੇ ਵਿਦਿਆਰਥੀਓ? ਵਰਕਮੈਨ ਕੰਪਨਸੇਸ਼ਨ ਰਿਜ਼ਰਵ, दैट इज़ आल्सो क्रिएटेड आउट ऑफ प्रॉफिट, पास्ट ईयर्स प्रॉफिट। इस तो बाद इन्हां कोल पिया एडवरटाइजमेंट सस्पेंस अकाउंट। की हुंदा मैं हुणे दसदा। ये हमेशा ही डेबिट होता है, ऑलवेज, और वो इन्हां कोल पिया है 90,000 रुपये का। एडवरटाइजमेंट सस्पेंस अकाउंट ये होंदा है कि जदों भी कोई फर्म मशहूरियां दे लई एडवरटाइजमेंट दे लई पैसा खर्च करती है, जदों भी कोई फर्म, तो वो मन के चलती है कि इसका फायदा आने वाले 3 ਤੋਂ 5 साल के विचकार होएगा। 3 ਤੋਂ 5 साल के विचकार, तो वो मान लो उन्होंने 1 ਲੱਖ रुपया एडवरटाइजमेंट से लगाया, तो मन्निया कि इसका फायदा सानू 5 साल होएगा, तो वो हरेक साल 20,000 रुपया रिटर्न ऑफ करनगे। जे तुसी +1 विच पढ़िया है तो वो 20,000 हरेक साल रिटर्न ऑफ करनगे। मान लो उन्होंने 1 ਲੱਖ रुपए दे विचों 20,000 रुपया रिटर्न ऑफ कर दिता, तो बाकी उन्होंने को 80,000 जिहड़ा रह गया, दैट विल कॉल्ड एडवरटाइजमेंट सस्पेंस अकाउंट। ये हरेक साल वंडिया जाएगा। इत्थे साडे कोल 90,000 है, आपां तां एग्जाम्पल लईए 80,000 की, तो ये पार्टनर आपस विच इस नूं की करनगे? राइट ऑफ करनगे।
ਜਦੋਂ ਕਿਸੇ ਅਕਾਊਂਟ ਨੂੰ ਡੈਬਿਟ ਕਰਨਾ ਹੋਵੇ ਤਾਂ ਉਹਨੂੰ ਰਾਈਟ ਆਫ ਕਹਿੰਦੇ ਆ, ਜਦੋਂ ਕਿਸੇ ਦੇ ਅਕਾਊਂਟ ਵਿੱਚ ਕ੍ਰੈਡਿਟ ਕਰਨਾ ਹੋਵੇ ਤਾਂ ਅਸੀਂ ਉਸ ਨੂੰ ਡਿਸਟ੍ਰੀਬਿਊਟ ਕਹਿੰਦੇ ਆ। ਡਿਸਟ੍ਰੀਬਿਊਟ ਮੀਨਸ ਵੰਡਣਾ। ਠੀਕ ਹੈ, ਹੁਣ ਅੱਗੇ ਚੱਲ ਕੇ ਮੈਂ ਤੁਹਾਨੂੰ ਇਸ ਨੂੰ ਦੁਬਾਰਾ ਸਮਝਾਉਂਦਾ। ਹੋ ਸਕਦਾ ਤੁਹਾਨੂੰ ਥੋੜਾ ਜਿਹਾ ਟਫ ਲੱਗਦਾ ਹੋਏ, ਤੁਸੀਂ ਕਿਸੇ ਨੇ ਘਬਰਾਣਾ ਨਹੀਂ ਡੀਅਰ ਸਟੂਡੈਂਟਸ, ਆਈ ਵਿਦ ਯੂ ਆਲਵੇਜ਼। ਅੱਜ ਨਾ ਸਮਝ ਆਈ ਤਾਂ ਕੱਲ ਆ ਜਾਏਗੀ, ਕੱਲ ਨਾ ਆਈ ਤਾਂ ਪਰਸੋਂ ਆ ਜਾਏਗੀ। ਆਪ ਜੀ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ, ਬਿਲਕੁਲ ਨਹੀਂ ਘਬਰਾਣਾ, ਕਿਸੇ ਤਰ੍ਹਾਂ ਨਾਲ ਵੀ ਘਬਰਾਉਣ ਦੀ ਕੋਸ਼ਿਸ਼ ਅਸੀਂ ਨਹੀਂ ਕਰਨੀ। ਹੁਣ ਜੀ ਮੈਂ ਇਹਦੀਆਂ ਜਰਨਲ ਐਂਟਰੀਆਂ ਕਰਦਾ, ਅੱਜ ਤੁਹਾਨੂੰ ਥੋੜਾ ਥੋੜਾ ਸਮਝ ਆਏਗਾ, ਤੁਸੀਂ ਦਿਲ ਨਹੀਂ ਛੱਡਣਾ, ਯਾਦ ਰੱਖਣਾ ਹੈ। ਤਾਂ ਜੀ ਅਸੀਂ ਇਹਨਾਂ ਨੂੰ ਪਾਰਟਨਰ ਦੇ ਕੈਪੀਟਲ ਅਕਾਊਂਟ ਵਿੱਚ ਓਲਡ ਰੇਸ਼ੋ ਰਾਹੀਂ ਵੰਡਾਂਗੇ। ਸਭ ਤੋਂ ਪਹਿਲਾਂ ਕੀ ਲਿਖਾਂਗੇ? ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ। ਹੋਰ ਕੀ ਦਿੱਤਾ ਹੋਇਆ ਹੈ? ਜਰਨਲ ਰਿਜ਼ਰਵ ਅਕਾਊਂਟ ਡੈਬਿਟ। ਹੋਰ ਕੀ ਦਿੱਤਾ ਹੋਇਆ ਹੈ? ਵਰਕਮੈਨ ਕੰਪਨਸੇਸ਼ਨ ਰਿਜ਼ਰਵ ਅਕਾਊਂਟ ਡੈਬਿਟ। ਇਹਨਾਂ ਸਾਰਿਆਂ ਨੂੰ ਡੈਬਿਟ ਕਰਾਂਗੇ। ਡੈਬਿਟ ਕਿਉਂ ਕਰਾਂਗੇ? ਕਿ ਇਹ ਇੱਕ ਤਰ੍ਹਾਂ ਦਾ ਪ੍ਰੋਫਿਟ ਹੈ, ਪ੍ਰੋਫਿਟ ਦੇ ਵਿੱਚੋਂ ਹੀ ਇਹ ਸਾਰੇ ਰਿਜ਼ਰਵ ਬਣਾ ਕੇ ਰੱਖੇ ਗਏ ਸੀ, ਇਹ ਤਾਂ ਹੈ ਹੀ ਖੈਰ ਪ੍ਰੋਫਿਟ। ਤਾਂ ਇਹ ਅਸੀਂ ਓਲਡ ਪਾਰਟਨਰ ਓਲਡ ਰੇਸ਼ੋ ਦੇ ਫਾਰਮੂਲੇ ਰਾਹੀਂ ਅਸੀਂ ਤਿੰਨੋਂ ਪਾਰਟਨਰ ਨੂੰ ਵੰਡ ਦਾਂਗੇ। ਤਾਂ ਕੀ ਲਿਖਾਂਗੇ? ਟੂ ਐਕਸ ਕੈਪੀਟਲ ਅਕਾਊਂਟ, ਟੂ ਵਾਈਜ਼। ਆ ਪੋਸਟ ਆਫਿਸ ਪਾਣਾ ਹੈ, ਕਈ ਸਟੂਡੈਂਟ ਇਹੀ ਪਾ ਜਾਂਦੇ ਨੇ ਵਾਈ ਇਜ਼ ਅਕਾਊਂਟ, ਦੈਟ ਇਜ਼ ਆਲਸੋ ਰੋਂਗ। ਵਾਈ ਨਹੀਂ, ਇਹਨੂੰ ਇਹ ਲਿਖਣਾ ਵਾਈਜ਼ ਅਕਾਊਂਟ, ਉੱਤੇ ਐਸ ਪਾ ਕੇ ਵਾਈਜ਼ ਕੈਪੀਟਲ ਅਕਾਊਂਟ ਮੈਂ ਸ਼ੋਰਟ ਚ ਪਾ ਰਿਹਾ, ਤੇ ਟੂ ਐਕਸ ਪੋਸਟ ਆਫ ਐਸ ਪਾ ਕੇ ਐਕਸ ਦਾ ਅਕਾਊਂਟ ਬੋਲਣਾ ਇਹਨੂੰ। ਤਾਂ ਅਸੀਂ ਇਸ ਸਾਰੇ ਪ੍ਰੋਫਿਟ ਨੂੰ, ਇਹ ਹੁਣ ਕਿੰਨਾ ਬਣਿਆ? 1 ਤੇ 45, ਸਾਡੇ ਕੋਲ ਕਿੰਨਾ ਬਣ ਗਿਆ ਜੀ? ਦੇਖੋ 1 1,65,000 ਤੇ 60,000, ਇਸ ਨੂੰ ਜੋੜਾਂਗੇ ਜੀ, ਸਾਰਾ ਕਿੰਨਾ ਬਣ ਗਿਆ ਜੀ? 2,25,000। ਅਸੀਂ 2,25,000 ਨੂੰ ਕੀ ਕਰਾਂਗੇ ਜੀ? ਟ੍ਰਾਂਸਫਰ ਕਰ ਦਾਂਗੇ ਪਾਰਟਨਰ ਦੇ ਕੈਪੀਟਲ ਅਕਾਊਂਟ 'ਚ। ਕਿਹੜੀ ਰੇਸ਼ੋ ਵਿੱਚ? 4:3 ਰੇਸ਼ੋ, ਓਲਡ ਰੇਸ਼ੋ ਰਾਹੀਂ ਵੰਡ ਦਾਂਗੇ ਜੀ। ਜਦੋਂ ਓਲਡ ਰੇਸ਼ੋ ਰਾਹੀਂ ਵੰਡਾਂਗੇ ਤਾਂ ਐਕਸ ਨੂੰ ਆਏਗਾ, ਵੰਡ ਕੇ ਦੇਖ ਲੈਣਾ, 1 ਲੱਖ ਰੁਪਇਆ। ਵਾਈ ਨੂੰ ਆਏਗਾ 75,000 ਔਰ ਐਕਸ ਨੂੰ ਆਏਗਾ 50,000 ਰੁਪਇਆ। ਵੰਡਣ ਦਾ ਕੀ ਤਰੀਕਾ ਹੈ? 2,25,000 ਇੰਟੂ 4/4, 3 7 2 9, 4/9, ਐਵੇਂ 2,25,000 ਇੰਟੂ 3/9, ਫਿਰ 2,25,000 ਇੰਟੂ 2/9। ਤਾਂ ਇਹ ਕਿੰਨੇ ਆ ਜਾਣਗੇ? ਇਹਦਾ ਆ ਜਾਏਗਾ 1 ਲੱਖ, ਇਹਦਾ ਆ ਜਾਏਗਾ 75,000 और इसका 50,000। मैं उम्मीद करदा कि आ एंट्री तुहानू समझ आ गई। हुण एंट्री नंबर 2 रह गई एडवरटाइजमेंट सस्पेंस अकाउंट की। इत्थे असी पार्टनर के खाते विच पैसे जमा नहीं करने, उल्टा उहदे कोलों कटने ने। तो जो पार्टनर को पैसे कटने होण तो फिर उल्ट एंट्री करीदा। फिर की लिखांगे? इधर करदा मैं, की लिखांगे? एक्स कैपिटल अकाउंट डेबिट, वाइज कैपिटल अकाउंट डेबिट, जेड्स कैपिटल अकाउंट डेबिट, ते 2 की लिखांगे? एडवरटाइजमेंट सस्पेंस अकाउंट। किन्नी अमाउंट है? 90,000 की। इस 90,000 ਨੂੰ फिर ਕਿਹੜੀ रेशो ਵਿੱਚ ਵੰਡਾਂਗੇ? 4:3:2। बेटा मैनू अज पक्का पता है कि ਤੁਹਾਨੂੰ पूरी तरह नाल समझ नहीं आया, थोड़ा जिहा डिफिकल्ट है। मैं इसनूं कल दोबारा समझाने की कोशिश करांगा। ये 2 एंट्रियां ने, एक एंट्री साडे कोल आए। यानी कि एक गल होर याद रखना, जे प्रॉफिट एंड लॉस अकाउंट के नाल क्रेडिट पाया होवे ब्रैकेट विच तां ये प्रॉफिट हुंदा है, याद रखना। जे इत्थे डेबिट पाया हुंदा तां फिर ये की होना सी? लॉस होना सी। इस गल का ध्यान रखना है। अज वाला टॉपिक तुहानूं पूरी तरह नाल समझ नहीं आया होना। इस टॉपिक नूं मैं कल तुहानूं दोबारा समझावांगा। बट तुसी बेटा जी कल तो नोटबुक लैके बैठो। हुण थोड़ा जिहा काम औखे वाले पासे जा रहा है, तुहानूं तां समझ लगेगी। पहलां तां तुसी आपदियां नोटबुक लैके बैठिया करो, जल्दी जल्दी बुक्स लै लो, इहदे नाल दे क्वेश्चन चैप्टर विचों करिया करो ताकि तुहानूं वधेरे समझ आ जाए। जिन्हां ने लैक्चर अटेंड किया तुहाडा सारिआं दा, जिन्हां ने मेरे चैनल नूं अजे तक सबसक्राइब नहीं किया जल्दी नाल सबसक्राइब कर लो।